ਹੈਲੋ ਜੀ, ਸਤਿ ਸ਼੍ਰੀ ਅਕਾਲ ਆਪ ਸਭ ਨੂੰ। ਮੈਂ ਵਾਂ ਰਤਨ ਸਿੰਘ, ਰੂਰਲ ਐਡਵਾਈਜ਼ਰ ਰੇਨੋ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਔਰ ਰੂਰਲ ਐਡਵਾਈਜ਼ਰ ਫॉर ਨਾਰਥ। ਤੁਸੀਂ ਸਾਰੇ ਮੈਨੂੰ ਜਾਣਦੇ ਹੋਗੇ। ਅੱਜ ਦਾ ਜਿਹੜਾ ਮੇਰਾ ਸੈਸ਼ਨ ਹੈਗਾ, ਮੈਂ ਸਪੈਸ਼ਲੀ ਬੈਂਚਮਾਰਕ ਗਰੁੱਪ ਦੀ ਟੀਮ ਵਾਸਤੇ ਇਹ ਵੀਡੀਓ ਬਣਾ ਰਿਹਾ ਔਰ ਆਪਣੇ ਵਿਊਜ਼ ਸ਼ੇਅਰ ਕਰ ਰਿਹਾ ਹੈਗਾ ਵਾਂ। ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ ਕਿ ਮੈਂ ਪੰਜਾਬ ਦੀ ਗੱਲ ਕਰਾਂਗਾ ਔਰ ਪੰਜਾਬ ਦੀ ਗੱਲ ਅਗਰ ਮੈਂ ਕਰਾਂਗਾ ਤਾਂ ਉਹਦੇ ਵਿੱਚ ਪੰਜਾਬ ਵਿੱਚ 22 ਡਿਸਟ੍ਰਿਕਟ ਹੈਗੇ ਨੇ, 91 ਤਹਿਸੀਲਸ ਹੈਗੀਆਂ ਨੇ ਔਰ ਲਗਭਗ 13,000 ਦੇ ਕਰੀਬ ਸਾਡੇ ਜਿਹੜੇ ਨੇ ਉਹ ਵਿਲੇजेस ਹੈਗੇ ਨੇ ਪੰਜਾਬ ਦੇ ਅੰਦਰ। ਔਰ 13,000 ਵਿਲੇजेस ਵਿੱਚ ਅਸੀਂ ਅਗਰ ਦੇਖੀਏ ਤਾਂ ਇਹ ਸਪਰੈਡ ਟੋਟਲ ਸਾਡਾ 91 ਵਿਲੇजेस ਵਿੱਚ ਹੈਗਾ ਔਰ ਉਹਦੇ ਨਾਲ ਤਹਿਸੀਲਸ ਵਿੱਚ ਸਬ ਤਹਿਸੀਲਸ ਵੀ ਸਾਡੀਆਂ ਆਉਂਦੀਆਂ ਹੈਗੀਆਂ ਨੇ ਪੰਜਾਬ ਦੇ ਅੰਦਰ ਵਿੱਚ। ਹੁਣ ਅਗਰ ਅੱਗੇ ਵਧਦੇ ਹੋਏ ਅਸੀਂ ਇੱਕ ਚੀਜ਼ ਹੋਰ ਆਬਜ਼ਰਵ ਕਰੀਏ, ਇਹ ਪੰਜਾਬ ਜਿਹੜਾ ਪੂਰਾ ਆਪਣਾ रूरल एरिया प्लस अर्बन एरिया मिला करके अगर देखिए तो यह लगभग ਜਿਹੜਾ ਹੈਗਾ ਏਰੀਆ 50,500 ਸਕੁਆਇਰ ਕਿਲੋਮੀਟਰ ਪੈਂਦਾ ਹੈਗਾ, ਜਿਹਦੇ ਵਿੱਚ रूरल एरिया ਅਗਰ ਖਾਲੀ ਅਸੀਂ ਦੇਖੀਏ ਤੇ ਉਹ 48,260 ਸਕੁਆਇਰ ਕਿਲੋਮੀਟਰ ਦਾ ਏਰੀਆ ਜਿਹੜਾ रूरल एरिया ਪੈਂਦਾ ਹੈ। अर्बन एरिया देखिए तो अर्बन एरिया बहुत घੱਟ ਹੈਗਾ। अर्बन एरिया लगभग 2100 ਸਕੁਆਇਰ ਕਿਲੋਮੀਟਰ ਤੁਸੀਂ ਸਮਝ ਲਓ। ਤੇ ਮੈਕਸਿਮਮ ਜਿਹੜਾ ਤੁਹਾਡੀ ਸੇਲਸ ਹੈਗੀ ਹੈ, ਜਿਹੜੀ ਗੱਡੀਆਂ ਵਿਕ ਸਕਦੀਆਂ ਹੈਗੀਆਂ ਨੇ ਰੇਨੋ ਦੀਆਂ, ਉਹ ਰੂਰਲ ਇੰਡੀਆ ਦੇ ਅੰਦਰ ਵਿੱਚ ਓਪਰਚੁਨਿਟੀ ਹੈਗੀਆਂ ਨੇ। ਸ਼ਹਿਰ ਵਿੱਚ ਬਹਿ ਕੇ ਜੋ ਓਪਰਚੁਨਿਟੀ ਹੈਗੀਆਂ ਨੇ ਉਹਦਾ ਦਾਇਰਾ ਸਕੁਆਇਰ ਕਿਲੋਮੀਟਰ ਬਹੁਤ ਘੱਟ ਹੈਗਾ। ਜਿਹੜਾ ਤੁਸੀਂ ਵਾਈਡਰ ਸਕੋਪ ਦੇਖਣਾ ਹੈਗਾ, ਬ੍ਰੌਡਰ ਸਕੋਪ ਦੇਖਣਾ ਹੈ, ਉਹ ਤੁਹਾਡਾ ਰੂਰਲ ਏਰੀਆ ਵਿੱਚ ਆਉਂਦਾ ਹੈਗਾ, ਜਿਹੜੇ ਕਿ 91 ਤਹਿਸੀਲ ਤੋਂ ਕਵਰ ਹੋ ਸਕਦਾ ਹੈ। ਔਰ ਰੂਰਲ ਦੀ ਪੋਪੂਲੇਸ਼ਨ ਵੀ ਅਗਰ ਦੇਖੀਏ ਅਸੀਂ ਤੇ ਉਹ 173 ਲੱਖ ਪੋਪੂਲੇਸ਼ਨ ਰੂਰਲ ਦੀ ਹੈਗੀ, ਜਿਹੜਾ ਆਖਰੀ ਸੈਂਸਸ ਲਿੱਤਾ ਗਿਆ ਹੈਗਾ, ਜਿਹੜਾ ਕਿ ਅਗਰ ਟੋਟਲ ਪੋਪੂਲੇਸ਼ਨ ਦੇਖੀਏ ਤਾਂ ਉਹ 280 ਲੱਖ ਪੋਪੂਲੇਸ਼ਨ ਹੈਗੀ ਹੈ। ਯਾਨੀ ਕਿ ਜਿਹੜੀ ਪਰਸੈਂਟੇਜ ਆਫ ਰੂਰਲ ਪੋਪੂਲੇਸ਼ਨ ਹੈਗੀ ਹੈ ਉਹ 60 ਤੋਂ 65% ਰੂਰਲ ਪੋਪੂਲੇਸ਼ਨ ਰਹਿੰਦੀ ਹੈਗੀ ਹੈ। ਤੇ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੀ ਓਪਰਚੁਨਿਟੀ ਸਾਡੀ ਰੂਰਲ ਇੰਡੀਆ ਦੇ ਵਿੱਚ ਆਉਂਦੀਆਂ ਹੈਗੀਆਂ ਨੇ ਉਹ ਸਭ ਤੋਂ ਬਿਹਤਰ ਸਾਡੀਆਂ ਆਉਂਦੀਆਂ ਹੈਗੀਆਂ ਨੇ। ਹੁਣ ਅੱਗੇ ਤੁਹਾਨੂੰ ਲੈ ਚੱਲਦੇ ਹੋਏ ਮੈਂ ਪਿਛਲੇ ਸਾਲ ਅਸੀਂ ਕੀ ਕੰਮ ਕੀਤਾ ਹੈਗਾ ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਗੁਫ਼ਤਗੂ ਕਰਾਂਗਾ, ਰਿਵਿਊ ਕਰਾਂਗਾ। ਔਰ ਫਿਰ ਅੱਜ ਇਸ ਮਹੀਨੇ ਜਨਵਰੀ ਵਿੱਚ ਜਿਹੜਾ ਅਸੀਂ ਕਲੋਜ਼ ਕਰਨ ਜਾ ਰਹੇ ਹਾਂ, ਨਵਾਂ ਸਾਲ ਇੱਕ ਨਵੀਂ ਦਿਸ਼ਾ ਹੋਣੀ ਚਾਹੀਦੀ ਸੀ, ਇੱਕ ਨਵਾਂ ਜਨੂਨ ਦੇ ਨਾਲ ਹੋਣਾ ਚਾਹੀਦਾ ਸੀ। ਦੇਖਾਂਗੇ ਕਿ ਉਹਦੇ ਵਿੱਚ ਬੈਂਚਮਾਰਕ ਗਰੁੱਪ ਨੇ ਕੀ ਕੀਤਾ ਹੈਗਾ। ਜਨਵਰੀ ਟੂ ਦਸੰਬਰ 2020 ਵਿੱਚ ਅਗਰ ਅਸੀਂ ਦੇਖੀਏ ਤਾਂ ਟੋਟਲ ਗਰੁੱਪ ਦਾ ਟਾਰਗੇਟ ਜਿਹੜਾ ਲਿੱਤਾ ਹੈਗਾ ਸੀ, ਬਹੁਤ ਮਿਨੀਮਮ ਟਾਰਗੇਟ ਲਿੱਤਾ ਹੈਗਾ ਸੀ 556 ਯੂਨਿਟ ਵੇਚਣ ਦਾ ਰੂਰਲ ਮਾਰਕੀਟ ਵਿੱਚ। 556 ਵਿੱਚ ਅਗਰ ਦੇਖੀਏ ਤੇ ਅਸੀਂ ਜਿਹੜੀ ਅਚੀਵਮੈਂਟ ਕੀਤੀ ਹੈਗੀ ਹੈ ਉਹ ਕੀਤੀ ਹੈਗੀ 455 ਰੇਨੋ ਕਾਰ ਵੇਚ ਕੇ, यानी कि 82% अचीवमेंट वीज़ा विज टारगेट। और 82% से ना अगर हाली असी थोड़ी देर जाइए जरा कि बहुत घट है अचीवमेंट, रेनो की जी 285 टारगेट के अगेंस्ट 231 गड्डियां विकिया हैगियां जिहड़ा RDSC द्वारा विकिया हैगियां। अगर असी उत्थे देख लीए तो साडा ਜਿਹੜਾ ਪ੍ਰੋਡਕਟਿਵਿਟੀ ਹੈਗੀ ਹੈ ਹਰ RDSC 25 RDSC ਹੈਗੇ ਜੀ ਹੈ 25 RDSC ਵਿੱਚ ਪ੍ਰੋਡਕਟਿਵਿਟੀ ਦੇਖੀਏ ਤਾਂ ਹਰ ਮਹੀਨੇ ਕਿੰਨੀ ਆਉਂਦੀ ਹੈਗੀ 0.95, ਇੱਕ ਵੀ ਨਹੀਂ ਆ ਰਹੀ। ਮਤਲਬ ਇੱਕ RDSC ਜਿਹੜਾ ਵੇ ਉਹ ਇੱਕ ਗੱਡੀ ਵੀ ਨਹੀਂ ਵੇਚ ਪਾ ਰਿਹਾ। ਔਰ ਲਗਾਤਾਰ ਅਗਰ ਅਸੀਂ ਦੇਖੀਏ ਕਿ ਜਿਸ ਵੇਲੇ RDSC ਰੱਖਣੇ ਸ਼ੁਰੂ ਕੀਤੇ, ਮੈਂ ਜਿਹੜਾ ਐਡਰੈਸ ਕਰ ਰਿਹਾ ਹੈਗਾ ਈਵਨ ਮੈਂ ਆਪਣੇ ਸਾਰੇ RDSCs ਨੂੰ ਵੀ ਐਡਰੈਸ ਕਰ ਰਿਹਾ ਹੈਗਾ ਔਰ ਆਪਣੇ ਬੈਂਚਮਾਰਕ ਗਰੁੱਪ ਦੇ ਜਿੰਨੇ ਵੀ ਸੇਲਸ ਹੈਡ ਹੈਗੇ ਨੇ ਉਹਨਾਂ ਨੂੰ ਐਡਰੈਸ ਕਰ ਰਿਹਾ ਹੈਗਾ। ਔਰ ਇਹਦਾ ਮਤਲਬ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਮੈਨੇਜਮੈਂਟ ਨੂੰ ਵੀ ਬੈਂਚਮਾਰਕ ਗਰੁੱਪ ਦੇ ਨੂੰ ਵੀ ਕਹਿਣਾ ਚਾਹਾਂਗਾ ਕਿ ਜਰਾ ਆਪਣੇ ਸਾਰੇ ਹੇਠਾਂ ਜਿੰਨੇ ਵੀ ਸੇਲਸ ਹੈਡ ਹੈਗੇ ਨੇ, EDP ਹੈਗੇ ਨੇ, ਮਾਰਕੀਟਿੰਗ ਹੈਗੇ ਨੇ, ਹੋਰ ਵੀ ਸਟਾਫ ਹੈਗੇ ਨੇ, ਉਹਨਾਂ ਨੂੰ ਜਗਾ ਦਿਓ। ਕਿਉਂਕਿ ਇੱਕ ਗੱਡੀ ਤੋਂ ਘੱਟ ਵੇਚਣਾ ਇਹ ਕਿਵੇਂ ਵਾਰਾ ਖਾਂਦਾ ਹੈਗਾ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਹੈਗਾ। ਕਿਉਂਕਿ RDSC ਅਸੀਂ ਪਹਿਲਾਂ ਰੱਖੇ 12-13 ਰੱਖੇ, ਹੌਲੀ ਹੌਲੀ ਕਰਕੇ ਅਸੀਂ 18 ਤੇ ਆਏ, ਫਿਰ ਵਿੱਚ ਕਦੀ ਆਉਂਦੇ ਰਹੇ ਕਦੀ ਜਾਂਦੇ ਰਹੇ। ਟੋਟਲ ਲਾਸਟ ਵਿੱਚ ਅਸੀਂ ਫਿਰ 2 ਮਹੀਨੇ 'ਚ RDSC ਵਧਾ ਲਏ, 25 ਕਰ ਲਏ। ਕਦੀ RDSC ਨੂੰ ਅਸੀਂ ਰੂਰਲ ਸੇਲਸ ਕੰਸਲਟੈਂਟ ਬਣਾ ਦਿੰਦੇ ਹਾਂ, ਕਦੀ ਅਸੀਂ ਕੋਈ ਡਿਸੀਸ਼ਨ ਲੈ ਲੈਂਦੇ ਹਾਂ।
ਜਦ ਤੱਕ ਸਟੇਬਿਲਿਟੀ ਨਹੀਂ ਹੋਏਗੀ ਕਿਧਰੇ ਵੀ, ਕਿਸੇ ਆਰਡੀਐਸਸੀ ਨੂੰ ਵੀ ਸਿਖਾਉਣ ਵਾਸਤੇ ਨਾ ਇੱਕ ਵਕਤ ਲੱਗਦਾ ਹੈਗਾ, 2-3 ਮਹੀਨੇ ਘੱਟ ਤੋਂ ਘੱਟ ਲੱਗਦੇ ਹੈਗੇ ਨੇ। ਜਿਹੜਾ ਆਰਡੀਐਸਸੀ ਨੂੰ ਅਸੀਂ ਅਗਰ ਰੂਰਲ ਵਿੱਚ ਪਾਉਣਾ ਹੈ ਤੇ ਰੂਰਲ ਦਾ ਬਿਜ਼ਨਸ ਜਿਹੜਾ ਨਾ ਉਹ ਅਰਬਨ ਵਾਕਨ ਨਹੀਂ ਹੈਗਾ। ਰੂਰਲ ਵਿੱਚ ਕਸਟਮਰ ਨੂੰ ਲੱਭਣਾ, ਕਸਟਮਰ ਨੂੰ ਉਹਨੂੰ ਪਕਾਉਣਾ, ਉਹਨੂੰ ਇਨਕੁਆਇਰੀ ਨੂੰ ਹੌਟ ਕਰਨਾ, ਉਸ ਤੋਂ ਬਾਅਦ ਉਹਨੂੰ ਬੁਕਿੰਗ ਲੈਣਾ, ਰਿਟੇਲ ਲੈਣਾ, ਥੋੜ੍ਹਾ ਜਿਹਾ ਵਕਤ ਜ਼ਰੂਰ ਲੱਗਦਾ ਹੈਗਾ। ਔਰ ਤਰ੍ਹਾਂ ਤਰ੍ਹਾਂ ਦੀ ਐਕਟੀਵਿਟੀਜ਼ ਅਸੀਂ ਜ਼ਰੂਰ ਕੀਤੀਆਂ ਹੈਗੀਆਂ ਨੇ। ਉਹਦੇ ਵਿੱਚੋਂ ਵੀ ਮੈਂ ਕਹਾਂਗਾ 100% ਆਰਡੀਐਸਸੀਜ਼ ਨੇ ਐਕਟੀਵਿਟੀਜ਼ ਨਹੀਂ ਕੀਤੀਆਂ ਹੈਗੀਆਂ ਜਿਹੜੀਆਂ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਹੈਗੀਆਂ ਸਨ, ਕਿਉਂਕਿ ਉਹ ਜਿਹੜੀ ਰਿਪੋਰਟ ਮੇਰੇ ਕੋਲ ਆਉਂਦੀਆਂ ਹੈਗੀਆਂ ਨੇ ਨਾ, ਉਹਦੇ 'ਚੋਂ ਕਦੀ ਮੈਂ ਦੇਖਾਂਗਾ 25 ਆਰਡੀਐਸਸੀ 'ਚੋਂ 18 ਨੇ ਪਾਰਟੀਸਪੇਟ ਕੀਤਾ, ਕਦੀ 12 ਨੇ ਕੀਤਾ, ਕਦੀ 13 ਨੇ ਕੀਤਾ, ਕਦੀ ਕੋਈ ਬਿਮਾਰ ਹੈ, ਕਦੀ ਕੋਈ ਕਿਧਰੇ ਹੈਗਾ। 25 ਵਿੱਚੋਂ 2-4 ਬੰਦੇ ਬਿਮਾਰ ਹੋਣਗੇ, ਸਾਰੇ ਤਾਂ ਬਿਮਾਰ ਨਹੀਂ ਹੋ ਜਾਣਗੇ, 2-4 ਛੁੱਟੀ 'ਤੇ ਹੋਣਗੇ। ਬਟ ਅਗਰ ਐਸੀ ਕਹੀਏ ਕਿ 25 ਤੇ 17-18 ਬੰਦੇ, ਔਰ ਇਹ ਮੈਨੂੰ ਇਹ ਵੀ ਪਤਾ ਹੈਗਾ ਕਿ ਆਰਡੀਐਸਸੀ ਜਿਹੜੇ ਨੇ ਆਰਡੀਐਸਸੀ ਦਾ ਰੋਲ ਐਕਚੁਅਲੀ ਨਹੀਂ ਪਲੇ ਕਰ ਪਾ ਰਹੇ। ਜੋ ਮੈਂ ਆਰਡੀਐਸਸੀ ਦਾ ਰੋਲ ਪਹਿਲਾਂ ਡੈਫੀਨੇਸ਼ਨ ਦਿੱਤਾ ਹੈ, ਆਰਡੀਐਸਸੀ ਇਜ਼ ਨਾਟ ਸਪੋਜ਼ ਟੂ ਬੀ ਐਟ ਦ ਡੀਲਰਸ਼ਿਪ। ਆਰਡੀਐਸਸੀ ਦਾ ਕੋਈ ਕੰਮ ਹੈਗਾ ਹੀ ਨਹੀਂ ਹੈਗਾ ਡੀਲਰਸ਼ਿਪ ਦਾ। ਅਗਰ ਸੇਲਸ ਹੈਡ ਆਰਡੀਐਸਸੀ ਨੂੰ ਆਪਣੇ ਫਾਇਦੇ ਵਾਸਤੇ ਆਪਣੇ ਡੀਲਰਸ਼ਿਪ 'ਤੇ ਯੂਜ਼ ਕਰ ਰਹੇ ਹੈਗੇ ਨੇ, ਐਬਸੋਲੂਟਲੀ ਗਲਤ ਹੈ। ਔਰ ਇਸ ਚੀਜ਼ ਦਾ ਮੈਂ ਵੈਰੀਫਾਈ ਕਰਕੇ ਔਰ ਤੁਹਾਨੂੰ ਫਿਰ ਤੋਂ ਸਾਂਝਾ ਕਰਾਂਗਾ ਕਿ ਕੀ ਹੋ ਰਿਹਾ ਹੈਗਾ ਤੁਹਾਡੇ ਡੀਲਰਸ਼ਿਪ 'ਤੇ। ਕੋਈ ਵੀ ਗੱਲ ਕਿਧਰੇ ਨਹੀਂ ਛੁਪਦੀ ਹੈਗੀ। ਲੇਕਿਨ ਆਰਡੀਐਸਸੀ ਅਗਰ ਸਵੇਰੇ ਜਾ ਕਰਕੇ 7-8 ਵਜੇ ਗਾँव ਵਿੱਚ ਨਹੀਂ ਹੈਗਾ, ਫੀਲਡ ਵਿੱਚ ਨਹੀਂ ਹੈਗਾ, ਔਰ ਖਾਲੀ ਅਟੈਂਡੈਂਸ ਲਗਾਉਣ ਵਾਸਤੇ ਅਗਰ ਫਿਰ ਆ ਰਿਹਾ ਹੈਗਾ ਬੈਂਚਮਾਰਕ ਗਰੁੱਪ ਤੇ ਹੈਡ ਆਫਿਸ ਤੇ, ਔਰ 10 ਵਜੇ ਨਿਕਲ ਰਿਹਾ ਹੈਗਾ ਕਹਿ ਕਰਕੇ ਕਿ ਮੈਂ ਜਾ ਰਿਹਾ ਹਾਂ ਗਾँव ਵਿੱਚ, ਉਹਦਾ ਪਰਪਸ ਸੋਲਵ ਨਹੀਂ ਹੋਏਗਾ। ਫਿਰ ਸ਼ਾਮੀ ਉਹਨੇ ਉੱਥੇ ਆ ਜਾਣਾ। ਹਰ ਦਿਨ ਨਾ ਤਾਂ ਡਿਲੀਵਰੀ ਹੋ ਰਹੀ ਹੈ, ਇੱਕ ਆਰਡੀਐਸਸੀ ਇੱਕ ਡਿਲੀਵਰੀ ਵੀ ਤੋਂ ਘੱਟ ਕਰ ਰਿਹਾ ਹੈਗਾ, ਔਰ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਸਾਡੇ ਆਰਡੀਐਸਸੀ ਦੀ ਡਿਲੀਵਰੀ ਹੁੰਦੀਆਂ ਨੇ, ਇਸ ਕਰਕੇ ਸ਼ੋਰੂਮ 'ਤੇ ਬੁਲਾਈਦਾ ਹੈਗਾ। ਨਾ ਮੇਰੇ ਕੋਲ ਰਿਵਿਊ ਆਉਂਦਾ, ਨਾ ਮੇਰੇ ਕੋਲ ਰਿਪੋਰਟ ਆਉਂਦੀ ਐਟ ਦੀ ਐਂਡ ਆਫ ਦ ਡੇ। ਸੇਲਸ ਹੈਡ ਕੀ ਕਰਦੇ ਪਏ ਹੈਗੇ ਨੇ ਔਰ ਰਿਵਿਊ ਕਿਉਂ ਨਹੀਂ ਕਰ ਰਹੇ ਹੈਗੇ, ਜਦਕਿ ਉਹਨਾਂ ਦਾ ਰਿਸਪੌਂਸਿਬਿਲਿਟੀ ਹੈ, ਪਾਰਟ ਆਫ ਦ ਰਿਵਿਊ ਰਿਸਪੌਂਸਿਬਿਲਿਟੀ ਹੈ। ਸੇਲਸ ਹੈਡ ਕਿਉਂ ਨਹੀਂ ਰਿਵਿਊ ਕਰ ਰਹੇ ਹੈਗੇ? ਇਹ ਬਹੁਤ ਵੱਡੀ ਚੀਜ਼ ਹੈਗੀ ਹੈ। ਔਰ ਜਿਸ ਵੇਲੇ ਰੂਰਲ ਸੇਲਸ ਹੈਡ ਤੁਸੀਂ ਰੱਖਿਆ ਹੈਗਾ, ਰੂਰਲ ਸੇਲਸ ਹੈਡ ਮਿਸਟਰ ਖੁਸ਼ਵਿੰਦਰ ਜੀ ਸਨ, ਉਹਨਾਂ ਦੇ ਨਾਲ ਕੰਮ ਕਰਦੇ ਹੋਏ ਇੱਕ ਇਹ ਫੀਲ ਹੁੰਦਾ ਸੀ ਕਿ ਸਪੋਰਟ ਜਿਹੜਾ ਟੋਟਲ ਟੀਮ ਨੂੰ ਮਿਲ ਕਰਕੇ ਕਰਨਾ ਚਾਹੀਦਾ ਸੀ ਔਰ ਦੇਣਾ ਚਾਹੀਦਾ ਸੀ, ਤਾਂ ਕਿ ਇਹ ਰਿਜ਼ਲਟਸ ਹੋਰ ਇੰਪਰੂਵ ਕਰ ਪਾਉਂਦੇ। ਇਹ ਰੂਰਲ ਬੈਂਚਮਾਰਕ ਵਿੱਚ ਕੋਈ ਵੀ ਸੇਲ ਨਹੀਂ ਹੋ ਰਹੀ ਹੈਗੀ ਸੀ ਫੈਬਰਵਰੀ-ਮਾਰਚ ਵਿੱਚ, ਜਿਸ ਲਈ ਮੈਂ ਵਿਜ਼ਿਟ ਕਰਕੇ ਆਪਣੇ ਅਭਿਨਵ ਜੀ ਨੂੰ ਰਿਕੁਐਸਟ ਕੀਤਾ ਸੀ ਕਿ ਅਸੀਂ ਇਹਨੂੰ ਇੱਕ ਅਲੱਗ ਤਰੀਕੇ ਨਾਲ ਲੈ ਕੇ ਚੱਲੀਏ, ਕਿਉਂਕਿ ਰੂਰਲ ਦੀ ਬਹੁਤ ਜ਼ਿਆਦਾ ਗਰੋਥ ਹੋ ਸਕਦੀ ਹੈਗੀ ਹੈ। ਉਹਦੇ ਵਿੱਚ ਡਿਸੀਸ਼ਨ ਲਿੱਤਾ ਗਿਆ ਹੈਗਾ ਸੀ ਕਿ ਰੂਰਲ ਸੇਲਸ ਹੈਡ ਅਸੀਂ ਜਿਹੜਾ ਹੈ ਸੁਖਵਿੰਦਰ ਸਿੰਘ ਜੀ ਨੂੰ ਦਿੰਦੇ ਹਾਂ, ਔਰ ਸਾਰੇ ਸੇਲਸ ਹੈਡ ਇਹਨਾਂ ਨੂੰ ਸਪੋਰਟ ਕਰਨਗੇ। ਔਰ ਸੇਲਸ ਹੈਡ ਦਾ ਸਪੋਰਟ ਦਾ ਮਤਲਬ ਹੈਗਾ ਆਰਡੀਐਸਸੀਜ਼ ਨਾਲ ਪ੍ਰੋਪਰ ਰਿਵਿਊ ਕਰਨਾ, ਉਹਦੇ ਨਾਲ ਗੱਲਬਾਤ ਕਰਨਾ, ਬਈ ਇਹ ਇਨਕੁਆਇਰੀ ਦਾ ਕੀ ਹੋਇਆ ਤੇਰੇ ਏਰੀਆ ਵਿੱਚ, ਕਿਉਂਕਿ ਉਹ ਆਪਣੇ ਏਰੀਆ ਦੇ ਬਾਰੇ ਜਾਣਦੇ ਹੈਗੇ ਨੇ। ਉਹਨਾਂ ਨੂੰ ਪ੍ਰੋਪਰ ਸਪੋਰਟ ਦੇਣਾ, ਟੈਸਟ ਡਰਾਈਵ ਦੇ ਬਾਰੇ ਵਿੱਚ, ਡਿਸਪਲੇ ਦੇ ਬਾਰੇ, ਈਵੈਂਟ ਐਕਟੀਵਿਟੀ ਲਗਾਉਣ। ਫਿਰ ਸੇਲਸ ਹੈਡ ਜਿਹੜਾ ਵੇ ਈਵਨਿੰਗ ਵਿੱਚ ਆਪਣੀ ਰਿਪੋਰਟ ਸਬਮਿਟ ਕਰੇ ਸੁਖਵਿੰਦਰ ਜੀ ਕੋਲ, ਪ੍ਰੋਬਲਮ ਦੱਸੇ, ਇਸ਼ੂ ਦੱਸੇ, ਤਾਂ ਕਿ ਸੁਖਵਿੰਦਰ ਸਿੰਘ ਜੀ ਉੱਥੇ ਫੀਲਡ 'ਤੇ ਪਹੁੰਚ ਕਰਕੇ ਦੱਸ ਪਾਉਣ। ਅਗਰ ਇੱਕ ਸੁਖਵਿੰਦਰ ਸਿੰਘ ਜੀ ਕੇਵਲ ਇਹ ਸਾਰਾ ਕੰਮ ਬਾਕੀ 25 ਆਰਡੀਐਸਸੀ ਦੇ ਨਾਲ ਮਿਲ ਕਰਕੇ ਹੀ ਕਰਦੇ ਰਹਿਣਗੇ ਤਾਂ ਕੰਮ ਨਹੀਂ ਹੋਣ ਵਾਲਾ। ਇਹ ਕੰਮ ਹੈਗਾ ਜਿਹੜਾ ਸਾਰੇ ਸੇਲਸ ਹੈਡ ਨੇ ਆਪਣੇ ਯੂਨਿਟ ਦੇ ਅੰਦਰ ਹੀ ਜਿਹੜੇ ਵੀ ਆਰਡੀਐਸਸੀਜ਼ ਆਉਂਦੇ ਨੇ ਔਰ ਸ਼ੋਰੂਮ ਦੇ ਨਾਲ ਅਟੈਚ ਹੈਗੇ ਨੇ, ਉੱਥੋਂ ਉਹ ਸਾਰੇ ਰਿਵਿਊ ਕਰਨ। ਔਰ ਟੀਮ ਵਰਕ ਜਿਹੜਾ ਵੇ ਉਹ ਬਹੁਤ ਜ਼ਰੂਰੀ ਹੈਗਾ। ਇਹ ਟਾਰਗੇਟ ਅਚੀਵਮੈਂਟ ਕਰਨਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈਗਾ। 82% ਟਾਰਗੇਟ ਅਚੀਵਮੈਂਟ ਇਜ਼ ਨਾਟ ਐਟ ਆਲ ਐਕਸੈਪਟੇਬਲ। ਇੱਥੋਂ ਤੱਕ ਪੁਆਇੰਟ ਆਊਟਲੈਟ 0-0 ਸੇਲ ਹੋ ਜਾਂਦੀ ਹੈਗੀ ਹੈ। ਪੁਆਇੰਟ ਆਊਟਲੈਟ 'ਤੇ ਕੀ ਐਕਸ਼ਨ ਹੋ ਰਿਹਾ ਹੈਗਾ, ਕਿਹੜਾ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰ ਰਹੇ ਹਾਂ, ਕਿੰਨੇ ਡੇਲੀ ਫੋਨ ਕਰ ਰਹੇ ਹੈਗੇ ਆ, ਉਹ ਸਾਰੇ ਮੋਨੀਟਰਿੰਗ ਪ੍ਰੋਸੈਸ ਕਿੱਥੇ ਹੈਗਾ। ਪਹਿਲਾਂ ਘੱਟ ਤੋਂ ਘੱਟ ਪਤਾ ਲੱਗਦਾ ਸੀ ਕਿ ਗੂਗਲ ਲਿੰਕ ਤੋਂ ਸਾਨੂੰ ਡੇਲੀ ਰਿਪੋਰਟ ਆ ਰਹੀ ਸੀ, ਬੈਂਚਮਾਰਕ ਤੋਂ ਰਿਪੋਰਟ ਆ ਰਹੀ ਸੀ। ਹੁਣ ਇਸ ਵੇਲੇ ਅੱਜ ਦੇ ਤਰੀਕ ਨੂੰ ਪਿਛਲੇ 1 ਮਹੀਨਾ ਹੋ ਗਿਆ, ਮੈਨੂੰ ਨਹੀਂ ਪਤਾ ਕਿ ਬੈਂਚਮਾਰਕ ਤੋਂ ਕੌਣ ਰਿਪੋਰਟ ਦੇ ਰਿਹਾ ਹੈਗਾ। ਨਾ ਸੁਖਵਿੰਦਰ ਜੀ ਦੇ ਰਹੇ ਹੈਗੇ ਹੁਣ, ਨਾ ਭੁਪੇਸ਼ ਜੀ ਦੇ ਰਹੇ ਹੈਗੇ, ਔਰ ਨਾ ਹੀ ਮੈਨੂੰ ਪਤਾ ਲੱਗ ਰਿਹਾ, ਨਾ ਹੀ ਕੋਈ ਰਿਸਪੌਂਸ ਕਰਦਾ ਹੈਗਾ। 1-2 ਰਿਸਪੌਂਸ ਜ਼ਰੂਰ ਆਉਂਦੇ ਨੇ, ਓਕੇ ਸ਼ੋਰ ਯੂ ਲੁੱਕ ਇਨਟੂ ਦਿਸ, ਯੂ ਲੁੱਕ ਇਨਟੂ ਦੈਟ, ਐਂਡ ਰਿਜ਼ਲਟ ਮੇਰੇ ਕੋਲ ਕੋਈ ਰਿਪੋਰਟ ਨਹੀਂ, ਮੈਂ ਕੋਈ ਐਨਾਲਿਸਿਸ ਨਹੀਂ ਕਰ ਸਕਦਾ। ਮੈਂ ਕੀ ਐਡਵਾਈਸ ਕਰਾਂ ਦੱਸੋ ਬੈਂਚਮਾਰਕ ਨੂੰ। ਕੱਲ੍ਹ ਸਾਡੇ ਕੰਪਨੀ ਦੇ ਵਿੱਚ RIPL ਵਿੱਚ
ਸਾਡਾ ਰਿਵਿਊ ਹੋਇਆ ਸੀ ਰੂਰਲ ਐਡਵਾਈਜ਼ਰਸ ਦਾ, ਜਿਹੜਾ ਮੇਨ ਡਿਸਕਸ਼ਨ ਨਾਰਥ ਦਾ ਕੇਵਲ ਬੈਂਚਮਾਰਕ ਔਰ ਪੰਜਾਬ ਸੀ ਕਿ ਬੈਂਚਮਾਰਕ ਵਿੱਚ ਓਪਰਚੁਨਿਟੀ ਹੈਗੀ ਹੈ, ਪੰਜਾਬ ਵਿੱਚ ਓਪਰਚੁਨਿਟੀ ਹੈਗੀ ਹੈ, ਜਿੱਥੇ ਟੋਟਲ ਅਗਰ ਦੇਖੀਏ 91 ਤਹਿਸੀਲਸ। ਮਾਈ ਡੀਅਰ ਸਰਸ, 91 tehsil means 91 plus RDSEs are to be placed in the rural villages. That is the kind of staff you have to keep if you want to sail. And every RDSE has to bring minimum 2 to 3 sails, minimum 2. One, to justify his salary, and second, to justify his existence in the system that he is yes performing. second onwards is his real performance. तो अगर दो भी अगर बंदा वेच लैंदा हैगा और 91 बंदे 90 बंदे अगर दो वेचते हैगे ने 180 ਗੱਡੀਆਂ ਮਿਲਦੀਆਂ ਹੈਗੀਆਂ ਨੇ। ਔਰ ਅੱਜ ਅਸੀਂ ਕਿੰਨੀ ਗੱਲ ਕਰ ਰਹੇ ਹਾਂ, ਸਾਲ ਵਿੱਚ ਆਰਡੀਐਸਈ ਕੋਲ ਗੱਲ ਕਰ ਰਹੇ ਹਾਂ ਕਿ 231 ਵੇਚੀਆਂ। ਕਮਾਲ ਹੋ ਗਿਆ ਜੀ। ਹਾਊ ਇਜ਼ ਦਿਸ ਪੋਸੀਬਲ? ਪੂਰੇ ਪੰਜਾਬ ਵਿੱਚ ਆਰਡੀਐਸਈ ਕੇਵਲ 231 ਗੱਡੀ ਵੇਚ ਪਏ ਸਾਲ ਵਿੱਚ। प्लीज़ 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 माई रिक्वेस्ट, हंबल रिक्वेस्ट, वेक अप। ਇਹ ਡੀਲਰਸ਼ਿਪ ਮੇਰੀ ਨਹੀਂ ਹੈਗੀ ਔਰ ਨਾ ਹੀ ਮੈਨੂੰ ਕੁਛ ਇਹਦੇ ਵਿੱਚ ਉਹ ਹੈਗਾ ਇੰਟਰਸਟ ਹੈਗਾ। ਮੇਰਾ ਇੰਟਰਸਟ ਕੇਵਲ ਇਹ ਹੈਗਾ ਕਿ ਡੀਲਰਸ਼ਿਪ ਜਾਗਰੂਕ ਹੋ ਜਾਏ, ਸਾਡੇ RDSEs ਨੌਜਵਾਨ ਸਿੱਖ ਜਾਣ ਕੰਮ, ਸਟੇਬਿਲਿਟੀ ਹੋਵੇ RDSEs ਵਿੱਚ। ਉਹ RDSE ਰੱਖੀਏ ਜਿਹੜੇ ਸਟੇਬਲ ਹੋਣ, ਜਿਨ੍ਹਾਂ ਨੂੰ ਅਸੀਂ ਸਸਟੇਨ ਕਰ ਪਾਈਏ। ਹਰ ਦੂਜੇ ਮਹੀਨੇ ਇਹ ਨਾ ਉਤਸੁਕਤਾ ਦਿਖਾਈਏ ਤੇਰੀ ਸੇਲ ਨਹੀਂ ਹੋਈ, ਤੇਰੀ ਸੇਲ ਨਹੀਂ ਹੋਈ, ਤੁਹਾਨੂੰ ਕੱਢ ਦਾਂਗੇ। ਅਰੇ ਜਿਸਲੇ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ, ਲਸਣ ਹੁੰਦਾ, ਲਸਣ ਜਾਂ ਕੋਈ ਵੀ ਬੀਜ ਹੁੰਦਾ ਉਹਨੂੰ ਬੋਈਦਾ ਨਾ ਜਿਸਲੇ, ਅਤੇ ਉਸ ਵੇਲੇ ਜ਼ਮੀਨ ਪੂਰੀ ਦਿਖਦੀ ਹੈਗੀ ਹੈ, ਬਲਾਈਂਡ ਸਪੌਟ ਹੈ, ਜ਼ਮੀਨ ਨਹੀਂ ਹੈਗੀ, ਕੀ ਹੈਗਾ ਇਹਦੇ ਅੰਦਰ ਪਤਾ ਨਹੀਂ ਹੈਗਾ। ਲੇਕਿਨ ਉਹ ਲਸਣ ਜਿਸਲੇ ਅੰਕੁਰ ਦਿੰਦਾ ਨਾ ਥੋੜ੍ਹੇ ਦਿਨਾਂ ਬਾਅਦ, ਅਤੇ ਪਤਾ ਲੱਗਦਾ ਹਾਂਜੀ ਪੌਦਾ ਹੋ ਰਿਹਾ ਜੀ, ਹੁਣ ਲਸਣ ਦੀ ਖੇਤੀ ਹੋਏਗੀ। ਔਰ 4.5 ਮਹੀਨੇ ਲੱਗਦੇ ਹੈਗੇ ਨੇ ਜਿਸ ਵੇਲੇ ਉਹ ਲਸਣ ਦੀ ਗੱਡੀ ਨਿਕਲਦੀ ਹੈਗੀ ਹੈ ਇੱਕ ਬੀਜ ਤੋਂ, ਔਰ ਉਹ ਗੱਡੀ ਫਿਰ ਬਹੁਤ ਮਹਿੰਗੀ ਬਾਜ਼ਾਰ ਵਿੱਚ ਵਿਕਦੀ ਹੈਗੀ ਹੈ। ਤਾਂ ਮੈਂ ਇਹ ਕੌਨਸੈਪਟ ਜਿਹੜਾ RDSEs ਨੂੰ ਕਹਿ ਰਿਹਾ ਹਾਂ ਕਿ ਤੁਸੀਂ ਮਿਹਨਤ ਕਰੋ, ਆਪਣੀ ਮਿਹਨਤ ਤੋਂ ਰਿਜ਼ਲਟ ਕਰੋ। ਜਿਹੜੇ RDSE ਡਾਇਰੀ ਵਿੱਚ ਚੀਜ਼ਾਂ ਲਿਖੀਆਂ ਹੈਗੀਆਂ ਨੇ, KPIs ਨੇ, ਰੋਲਸ ਨੇ, ਰਿਸਪੌਂਸਿਬਿਲਿਟੀਜ਼ ਨੇ, ਉਹਦੇ ਹਿਸਾਬ ਨਾਲ ਕੰਮ ਕਰੋ, ਸਿੰਸੀਅਰਲੀ ਓਨੈਸਟਲੀ ਕੰਮ ਕਰੋ। ਇਹ ਨਹੀਂ ਕਿ ਅਸੀਂ ਜਾਣਾ ਹੈਗਾ ਕੇਵਲ ਫੋਟੋ ਖਿਚਵਾ ਲਈ, ਦੇਖ ਲਈ ਕਿਸੇ ਨੇ ਕਰ ਲਿਆ। ਫੋਟੋ ਵੀ ਜ਼ਰੂਰੀ ਹੈਗੀ ਹੈ, ਲੀਫਲੈਟ ਵੰਡਣਾ ਜ਼ਰੂਰੀ ਹੈ, ਸਟੈਂਡੀਜ਼ ਲਗਾਉਣਾ ਜ਼ਰੂਰੀ ਨੇ, ਰੇਨੋ ਮਿੱਤਰ ਦੇ ਨਾਲ ਮਿਲਣਾ ਜ਼ਰੂਰੀ ਹੈ, ਸਰਪੰਚ ਦੇ ਨਾਲ ਮਿਲਣਾ ਜ਼ਰੂਰੀ ਹੈ, ਐਕਟੀਵਿਟੀਜ਼ ਕਰਨੀਆਂ ਜ਼ਰੂਰੀ ਨੇ। ਲੇਕਿਨ ਉਹਦਾ ਰਿਜ਼ਲਟ ਵੀ ਸਾਨੂੰ ਚਾਹੀਦਾ ਹੈਗਾ ਬੈਕ। ਬੈਂਚਮਾਰਕ ਜਿਹੜਾ ਗਰੁੱਪ ਹੈਗਾ, ਬਹੁਤ ਵੱਡਾ ਗਰੁੱਪ ਹੈਗਾ। ਬੈਂਚਮਾਰਕ ਮੈਨੇਜਮੈਂਟ ਇੰਨਾ ਪੈਸਾ ਖਰਚ ਕਰ ਰਹੀ ਹੈਗੀ ਹੈ, ਸਪੋਰਟ ਕਰ ਰਹੀ ਹੈਗੀ ਹੈ, ਐਕਟੀਵਿਟੀਜ਼ ਕਰ ਰਹੀ ਹੈਗੀ ਹੈ, ਅਤੇ ਉਹ ਵੀ ਚਾਹੁੰਦੇ ਹੈਗੇ ਰਿਜ਼ਲਟ ਆਵੇ। ਅਤੇ ਸਾਰਿਆਂ ਨੇ ਮਿਲ ਜੁਲ ਕਰਕੇ ਹੀ ਬੈਠ ਕਰਕੇ ਇੱਕ ਦਿਨ ਇਹ ਡਿਸੀਸ਼ਨ ਲੈਣਾ ਹੈਗਾ ਕਿ ਅਸੀਂ ਕੀ ਕੰਮ ਕਰਨਾ, ਕਿਦੋਂ ਕਰਨਾ ਔਰ ਕਿੰਨੇ ਕੀ ਕਰਨਾ ਔਰ ਰਿਜ਼ਲਟ ਕਿਵੇਂ ਆਉਣੇ ਨੇ। ਨਵੇਂ RDSE ਵਾਸਤੇ 2-3 ਮਹੀਨੇ ਦਾ ਪਲੇਟਫਾਰਮ ਜਿਹੜਾ ਉਹ ਠੀਕ ਹੈਗਾ ਕਿ ਚਲੋ ਠੀਕ ਹੈ, ਉਹ ਬੰਦਾ ਸਿੱਖ ਰਿਹਾ ਗਿਆ, ਕਦੀ ਇੱਕ ਰਿਟੇਲ ਲਿਆ ਰਿਹਾ ਜਾਂ ਇਨਕੁਆਇਰੀ ਲਿਆ ਰਿਹਾ, ਬੁਕਿੰਗ ਨਹੀਂ ਕਰ ਪਾ ਰਿਹਾ, ਉਹਦੇ ਵਿੱਚ ਸੇਲ ਸੈਟ ਬੁਕਿੰਗ ਨੂੰ ਸਪੋਰਟ ਕਰੇਗਾ ਕਿ ਕਿੰਝ ਕਰਨੀ ਹੈਗੀ ਹੈ, ਨਾਲ ਜਾਵੇਗਾ। ਰੂਰਲ ਸੇਲ ਸੈਟ ਅਗਰ ਹੋਏਗਾ ਤਾਂ ਉਹ ਨਾਲ ਜਾਏਗਾ। ਇਸ ਕਰਕੇ 3-4 ਮਹੀਨੇ ਅਸੀਂ ਹੈਂਡ ਹੋਲਡਿੰਗ ਕਰਨੀ ਹੈ, ਪਰ ਚੌਥੇ ਮਹੀਨੇ ਔਨਵਰਡਸ RDSE ਨੂੰ ਖੁਦ ਰਿਸਪੌਂਸਿਬਿਲਿਟੀ ਲੈਣੀ ਹੈ। ਤਾਂ ਅਗਰ ਮੈਂ ਦੇਖਾਂ ਕਿ RDSE ਦੀ ਪ੍ਰੋਡਕਟੀਵਿਟੀ 8 ਮਹੀਨੇ ਜਿਹੜੇ ਹੋਰ ਨੇ, 8 ਮਹੀਨਿਆਂ ਵਿੱਚ ਵੀ ਅਗਰ ਉਹ 2 ਗੱਡੀਆਂ ਵੇਚਦੇ ਨਾ ਮਿਨੀਮਮ, ਅਤੇ 16 ਗੱਡੀਆਂ ਇੱਕ RDSE ਵੇਚਦਾ ਹੈਗਾ। 16 ਗੱਡੀਆਂ ਇੱਕ RDSE ਵੇਚਦਾ ਹੈਗਾ ਉਹ 8 ਮਹੀਨੇ ਵਿੱਚ, ਮਤਲਬ ਸਾਲ ਵਿੱਚ 16 ਗੱਡੀਆਂ ਮੰਨ ਕੇ ਚੱਲੋ। ਲੇਕਿਨ ਅਗਰ ਉਹਨੂੰ ਤੁਸੀਂ ਮਲਟੀਪਲਾਈ ਕਰ ਦਿਓ, 90 ਅਗਰ RDSEs ਹੈਗੇ ਨੇ, ਅਤੇ 16 × 90 ਤੁਸੀਂ ਆਪੇ ਜੋੜ ਲਓ ਕਿੰਨੇ RDSEs ਦਾ ਹੋ ਸਕਦਾ। ਔਰ ਪੁਆਇੰਟ ਆਊਟਲੈਟ ਖੋਲ੍ਹਿਆ ਗਿਆ ਅਤੇ ਪੁਆਇੰਟ ਆਊਟਲੈਟ 'ਤੇ ਸਾਡਾ ਫਰਜ਼ ਹੈਗਾ ਅਸੀਂ ਘੱਟ ਤੋਂ ਘੱਟ 4 ਤੋਂ 6 ਗੱਡੀਆਂ ਵੇਚਣਾ ਸਟਾਰਟ ਕਰੀਏ, ਕਿਉਂਕਿ ਜੋ ਆਲ ਇੰਡੀਆ ਦਾ ਐਵਰੇਜ ਹੈ ਉਹ ਕੋਈ ਛੁਪਿਆ ਤਾਂ ਹੈਗਾ ਨਹੀਂ, ਉਹ ਸਭ ਦੇ ਸਾਹਮਣੇ ਹੈਗਾ। ਔਰ ਅਸੀਂ ਆਲ ਇੰਡੀਆ ਨੂੰ ਕੀ ਕਰਨਾ ਹੈਗਾ, ਅਸੀਂ ਆਪਣਾ ਨਾਰਥ ਦੇਖਣਾ, ਆਪਣਾ ਪੰਜਾਬ ਦੇਖਣਾ ਹੈਗਾ, ਆਪਣਾ ਡਿਸਟ੍ਰਿਕਟ ਦੇਖਣਾ ਹੈਗਾ, ਆਪਣਾ ਗਾঁव ਦੇਖਣਾ ਹੈਗਾ, ਆਪਣੀ ਤਹਿਸੀਲ ਦੇਖਣੀ ਹੈਗੀ ਔਰ ਪ੍ਰੋਡਕਟੀਵਿਟੀ ਅੱਗੇ ਵਧਾਉਣੀ ਹੈਗੀ ਹੈ। ਇਹਦੇ ਨਾਲ ਹੀ ਹੁਣ ਮੈਂ ਤੁਹਾਨੂੰ ਅੱਜ ਮੈਂ ਹੁਣੇ ਸਵੇਰੇ ਰਿਵਿਊ ਕਰ ਰਿਹਾ ਸਾਂ, ਤਾਈਓ ਮੈਨੂੰ ਆਇਆ, ਮੈਂ ਕਿਹਾ ਯਾਰ ਮੈਂ ਤੁਹਾਡੇ ਸਭ ਨੂੰ ਜਿਸਲੇ ਬੁਲਾਉਂਦਾ ਹੈਗਾ ਮਾਈਕਰੋਸੋਫਟ ਟੀਮ 'ਤੇ, ਕਈ ਲੋਕ ਸੀਰੀਅਸ ਹੁੰਦੇ ਨੇ, ਕਈ ਲੋਕ ਨਹੀਂ ਸੀਰੀਅਸ ਹੁੰਦੇ, ਕਈ ਲੋਕ ਆਉਂਦੇ ਨੇ, ਕਈ ਲੋਕ ਕਹਿੰਦੇ ਨੇ ਮੈਂ ਇੱਥੇ ਜਾ ਰਿਹਾ, ਮੈਂ ਉੱਥੇ ਜਾ ਰਿਹਾ, ਅਤੇ ਮੈਂ ਵੀਡੀਓ ਬਣਾ ਕੇ ਭੇਜਦਾ, ਕਦੀ ਤਾਂ ਤੁਸੀਂ ਦੇਖ ਲਓਗੇ, ਸੁਣ ਲਓਗੇ, ਸਮਝ ਲਓਗੇ ਔਰ ਉਹਦਾ ਫੀਡਬੈਕ ਵੀ ਮੈਨੂੰ ਦੋਗੇ। ਮੈਨੂੰ ਉਮੀਦ ਹੈ ਸਾਰੇ RDSE ਨਾ ਇਹ ਮੇਰਾ ਵੀਡੀਓ ਦੇਖਣ ਤੋਂ ਬਾਅਦ ਪਲੀਜ਼ ਰਿਕੁਐਸਟ ਹੈਗੀ ਹੈ,
ਆਪਣਾ ਆਪਣਾ ਫੀਡਬੈਕ ਪਾਓ, ਤੁਸੀਂ ਕੀ ਕਰਨਾ ਚਾਹੁੰਦੇ ਹੋ। ਟਾਰਗੇਟ ਅਗਰ ਰੂਰਲ ਵਿੱਚ ਇੰਟਰਸਟ ਨਹੀਂ ਹੈਗਾ ਨਾ, ਤਾਂ ਕਿਰਪਾ ਕਰਕੇ ਆਪਣੀ ਮੈਨੇਜਮੈਂਟ ਨੂੰ ਅੱਜ ਹੀ ਕਹਿ ਦਿਓ ਜੀ ਸਾਨੂੰ ਰੂਰਲ ਵਿੱਚ ਇੰਟਰਸਟ ਨਹੀਂ ਹੈਗਾ, ਅਸੀਂ ਕੰਮ ਨਹੀਂ ਕਰ ਸਕਦੇ ਹੈਗੇ। ਲੇਕਿਨ ਅਗਰ ਰੂਰਲ ਵਿੱਚ ਹੈਗੇ ਹੋ, ਕੇਵਲ ਸੈਲਰੀ ਵਾਸਤੇ ਕੰਮ ਨਹੀਂ ਹੈਗਾ। ਲੈਟ ਅਸ ਮੂਵ ਫਾਰਵਰਡ, ਲੈਟ ਅਸ ਸ਼ੋ ਅਸੀਂ ਪੰਜਾਬ ਦਾ ਪਾਣੀ ਪੀਤਾ ਹੈਗਾ, ਅਸੀਂ ਉਸ ਤਰੀਕੇ ਨਾਲ ਕਰਕੇ ਜਨੂਨ ਦੇ ਨਾਲ, ਜੋਸ਼ ਦੇ ਨਾਲ ਕੰਮ ਕਰੀਏ ਔਰ ਅੱਗੇ ਵਧੀਏ, ਆਪੋ ਵਧੀਏ, ਕੰਪਨੀ ਨੂੰ ਅੱਗੇ ਵਧਾਈਏ। ਔਰ ਕਸਟਮਰ ਤੋਂ ਬੈਟਰ ਪ੍ਰੋਡਕਟ ਜਿਹੜਾ ਸਾਡੇ ਕੋਲ ਇਸ ਵੇਲੇ ਹੈਗਾ, 3 ਪ੍ਰੋਡਕਟ ਤੁਹਾਡੇ ਕੋਲ ਹੈਗੇ ਸਨ। ਕੁਇਡ ਟਰਾਈਬਰ ਡਸਟਰ, ਜਿਹਦੇ 'ਚੋਂ ਕੁਇਡ ਔਰ ਟਰਾਈਬਰ ਮੈਕਸਿਮਮ ਜਾਂਦਾ ਹੈਗਾ ਰੂਰਲ ਵਿੱਚ। ਔਰ ਹੁਣ ਨਵਾਂ ਚੌਥਾ ਪ੍ਰੋਡਕਟ ਆ ਰਿਹਾ ਤੁਹਾਡੇ ਕਾਈਗਰ, ਤੁਸੀਂ ਦੇਖਿਆ ਹੈਗਾ ਅਨਵੇਲਿੰਗ ਜਿਹੜੀ ਹੈ ਗਲੋਬਲ ਅਨਵੇਲਿੰਗ ਹੋਈ ਹੈ 28 ਤਰੀਕ ਨੂੰ। ਬਹੁਤ ਸੋਹਣੀ ਗੱਡੀ ਹੈਗੀ ਹੈ, 205 mm ਉਹਦਾ ਗਰਾਊਂਡ ਕਲੀਅਰੈਂਸ ਹੈਗਾ। ਬੂਟ ਸਪੇਸ ਵੀ ਬਹੁਤ ਅੱਛਾ ਹੈਗਾ। ਰੂਰਲ ਮਾਰਕੀਟ ਵਿੱਚ ਸਪੋਰਟੀ, ਸਟਨਿੰਗ, ਸਮਾਰਟ plus rural users wale one of the best product I would say it would sell. Please come forward my dear friends, please be serious. जनवरी ਦੇ ਮਹੀਨੇ ਵਿੱਚ ਅੱਜ 30 ਤਰੀਕ ਹੋ ਗਈ ਹੈ, ਹਾਂਜੀ ਸੈਟਰਡੇ, ਕੱਲ ਸੰਡੇ, ਇੱਕ ਦਿਨ ਬਾਕੀ। ਬੈਂਕ ਕੋਈ ਨਹੀਂ ਖੁੱਲੇ, ਕੁਝ ਨਹੀਂ ਹੈਗਾ। ਕਿਵੇਂ ਸੇਲ ਕਰੋਗੇ ਮੈਨੂੰ ਨਹੀਂ ਪਤਾ, ਲੇਕਿਨ ਟਾਰਗੇਟ ਜਿਹੜਾ ਹੈਗਾ ਉਹ ਰੂਰਲ ਦਾ ਟਾਰਗੇਟ ਮਾਤਰ 70 ਗੱਡੀ ਬੈਂਚਮਾਰਕ ਨੂੰ ਮਿਲਿਆ ਹੈਗਾ, ਮਾਤਰ ਮਿਨੀਮਮ ਤੋਂ ਮਿਨੀਮਮ। 43 ਦਾ ਟਾਰਗੇਟ ਹੈਗਾ ਸਾਡੇ RDSCs ਦਾ, ਔਰ RDSCs ਨੇ ਕਿੰਨਾ ਕੀਤਾ ਹੈਗਾ ਜੀ 43 ਚੋਂ ਨਹੀਂ ਪਤਾ ਹੋਏਗਾ। ਕੇਵਲ 10 cars have been sold by RDSCs against 43 retails targets. ਉਲਾਓ ਦਾ ਟਾਰਗੇਟ ਵੀ ਨਹੀਂ ਹੋਇਆ, 6 ਹੈਗਾ, 4 ਹੋ ਰਿਹਾ। ਪੁਆਇੰਟ ਆਊਟਲੈਟ ਜ਼ੀਰੋ ਤੇ ਵੈਸ ਵੇਲੇ, ਪੁਆਇੰਟ ਆਊਟਲੈਟ ਜ਼ੀਰੋ ਤੇ ਹੈਗਾ। ਰੂਰਲ ਸੇਲਸ ਕੰਸਲਟੈਂਟ ਵੀ ਪਿੱਛੇ ਹੈਗੇ ਨੇ। ਟੋਟਲ 70 ਵਿੱਚੋਂ ਇਸ ਵੇਲੇ 33 ਕਾਰਾਂ ਕੇਵਲ ਵਿਕੀਆਂ ਨੇ। So we are far behind. We have not even achieved 50% of our target by the month end. ऐसा ਕੀ ਹੋ ਗਿਆ ਹੈਗਾ ਜਿਹੜਾ ਤੁਸੀਂ ਟਾਰਗੇਟ ਨਹੀਂ ਅਚੀਵ ਕਰ ਸਕਦੇ। ਇੰਨੀ ਵੱਡੀ ਰੂਰਲ ਦੀ ਪੋਪੂਲੇਸ਼ਨ, ਇੰਨਾ ਵੱਡਾ ਰੂਰਲ ਦਾ ਏਰੀਆ, 25 RDSC ਮਿਲ ਕਰਕੇ ਇੱਕ ਗੱਡੀ ਵੀ ਨਹੀਂ ਵੇਚ ਪਾਏ ਕਿ ਅਗਰ ਉਹਨਾਂ ਦਾ ਟਾਰਗੇਟ ਹੈਗਾ 43, ਅੱਜ ਉਹ 10 ਤੇ ਖੜੇ ਹੈਗੇ ਨੇ। ਮੇਰੇ ਵੀਰੋ, ਮੇਰੇ ਭਰਾਵੋ, ਜਾਗ ਜਾਓ। Benchmark Group, I am requesting every one of you with folded hands humbly that please wake up. Time is now. Manage your dealership perfectly, effectively, efficiently. I would request the Benchmark management to please do a one-day review meeting where let the RDSCs speak. There shouldn't be any presentations. Just 3-4 slides show where are you, what is your performance, and then ਕੀ ਤੁਸੀਂ ਕਰਨਾ ਹੈਗਾ। ਉਹਨਾਂ ਕੋਲ ਕਮਿਟਮੈਂਟ ਲਓ, ਉਹਨਾਂ ਕੋਲ ਪਲੇਜ ਕਰੋ, ਉਹਨਾਂ ਦੇ ਉੱਤੇ ਮੋਨੀਟਰਿੰਗ ਇੱਕ ਪਰਪਸ ਰੱਖੋ, ਡੇਲੀ ਰਿਪੋਰਟ ਭੇਜੋ, ਰਿਵਿਊ ਕਰੀਏ, ਐਨਾਲਿਸਿਸ ਕਰੀਏ। ਮੈਂ ਮਿਲ ਕੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਹੈਗਾ ਹਮੇਸ਼ਾ। ਅਭਿਨਵ ਸਰ ਨੂੰ ਮੈਂ ਹਮੇਸ਼ਾ ਕਿਹਾ ਗਿਆ ਮੈਂ ਸਪੋਰਟ ਕਰ ਰਿਹਾ ਬੈਂਚਮਾਰਕ ਨੂੰ, ਕਿਉਂਕਿ ਮੈਂ ਇੱਕ ਪਰਸਨਲ ਬੀੜਾ ਲਿੱਤਾ ਸੀ। ਮੈਂ ਆਪਣੇ ਅੰਦਰੋਂ ਹੀ ਲਿੱਤਾ, ਮੈਨੂੰ ਕਿਸੇ ਬੀੜਾ ਨਹੀਂ ਦਿੱਤਾ। ਮੈਂ ਆਪਣੇ ਅੰਦਰੋਂ ਹੀ ਸੋਚਿਆ ਕਿ ਮੈਂ ਬੈਂਚਮਾਰਕ ਨੂੰ ਯਾਰ ਇੰਪਰੂਵ ਕਰਾਂਗਾ, ਇੱਕ ਅਲੱਗ ਹੀ ਦਿਸ਼ਾ ਚੱਲੇਗੀ ਆਲ ਇੰਡੀਆ ਵਿੱਚ ਕਿ ਬੈਂਚਮਾਰਕ ਜਿਹੜਾ ਬਹੁਤ ਪਰਫੈਕਟ ਕੰਮ ਕਰ ਰਿਹਾ। ਔਰ ਤੁਸੀਂ ਐਕਟੀਵਿਟੀਜ਼ ਬਹੁਤ ਅੱਛੀਆਂ ਸਟਾਰਟ ਕੀਤੀਆਂ। I was very happy and thrilled. But for the last 2-3 months, I don't know what has happened. ਐਂ ਲੱਗਦਾ ਜਿਵੇਂ ਅਸੀਂ DGM ਜਿਹੜਾ ਕਰਾਉਂਦੇ ਹਾਂ, ਡਿਜੀਟਲ ਗ੍ਰਾਮੀਣ ਮਹੋਤਸਵ, ਜ਼ਬਰਦਸਤੀ ਕਰਾਈਦਾ ਹੈਗਾ। ਦੌੜ ਕੇ ਸਭ ਨੂੰ ਪਰੇਸ਼ਾਨ ਹੋ ਜਾਈਦਾ ਕਿ ਬੰਦੇ ਨਹੀਂ ਆ ਰਹੇ, ਬੰਦੇ ਨਹੀਂ ਜੁਆਇਨ ਕਰ ਰਹੇ, ਇਨਕੁਆਇਰੀ ਨਹੀਂ ਹੋ ਰਹੀ, ਬੁਕਿੰਗ ਨਹੀਂ ਹੋ ਰਹੀ, ਰਿਟੇਲ ਨਹੀਂ ਹੋ ਰਹੀ। ਫਿਰ ਰੋਜ਼ ਸਵੇਰੇ ਮੈਂ ਸ਼ੁਰੂ ਹੋ ਜਾਂਦਾ ਗ੍ਰੇਨ ਮੰਡੀ ਤੇ ਯਾਰ ਬੰਦੇ ਭੇਜੋ, ਰਿਪੋਰਟਾਂ ਨਹੀਂ ਆ ਰਹੀਆਂ। ਉਦੋਂ ਸਾਡੇ ਕਰਨ ਸੂਰ ਜੀ ਵੀ ਪ੍ਰੈਸ਼ਰ ਪਾਉਂਦੇ ਹੈਗੇ, ਯਾਰ ਕਿਉਂ ਨਹੀਂ ਆ ਰਿਹਾ, ਫੋਟੋ ਨਹੀਂ ਆ ਰਹੀ, ਕੰਮ ਨਹੀਂ ਹੋ ਰਿਹਾ, ਕੀ ਹੋ ਰਿਹਾ। ਕਿਉਂ ਪਾਣਾ ਪ੍ਰੈਸ਼ਰ? ਤੁਸੀਂ ਆਪਣੇ ਉੱਤੇ ਪਾ ਕੇ ਉਲਟਾ ਸਾਡੇ ਉੱਤੇ ਪਾਓ ਜੀ ਸਾਡੇ ਕੋਲ ਇੰਨੀ ਬੁਕਿੰਗ ਹੈਗੀ ਆ, ਗੱਡੀਆਂ ਨਹੀਂ ਹੈਗੀਆਂ, ਸਾਨੂੰ ਭਰਾ ਜੀ ਗੱਡੀਆਂ ਦਿਓ, ਮੈਨੂੰ ਮੌਕਾ ਦਿਓ ਤਾਂ ਕਿ ਮੈਂ ਮੈਨੇਜਮੈਂਟ ਨਾਲ ਫਾਈਟ ਕਰ ਸਕਾਂ। ਕਹਾਂ ਜੀ ਪੰਜਾਬ ਦੀ ਅਸੀਂ ਡਿਵੈਲਪ ਕਰ ਲਈ ਮਾਰਕੀਟ, ਪੰਜਾਬ ਵਿੱਚ 150 ਸਾਡੇ RDSC ਦੀ ਗੱਡੀਆਂ ਪੈਂਡਿੰਗ ਹੈਗੀਆਂ ਨੇ, ਸਾਨੂੰ ਕਿਉਂ ਨਹੀਂ ਇਹ ਗੱਡੀਆਂ ਮਿਲ ਪਾ ਰਹੀਆਂ? ਪਹਿਲਾਂ ਪ੍ਰਾਇਰਟੀ ਸਾਨੂੰ ਦਿਓ, ਕਿਉਂਕਿ ਅਸੀਂ ਇਹ ਏਰੀਆ ਡਿਵੈਲਪ ਕਰ ਰਹੇ ਹੈਗੇ ਹਾਂ। ਆਈ ਹੋਪ ਵਿਦ ਦਿਸ ਆਈ ਵਿਲ ਐਂਡ ਮਾਈ ਸੈਸ਼ਨ। ਤੁਸੀਂ ਸਾਰੇ ਸਮਝ ਗਏ ਹੈਗੇ ਹੋ ਮੈਂ ਕੀ ਕਹਿਣਾ ਚਾਹ ਰਿਹਾ ਹਾਂ, ਲੇਕਿਨ ਮੈਂ ਜੋ ਗੱਲ ਕਹੀ ਹੈ ਨਾ ਆਪਣੇ ਦਿਲ ਤੋਂ ਕਹੀਏ, ਬੁਰਾ ਨਾ ਮੰਨਿਆ ਜੇ, ਕਿਉਂਕਿ ਮੈਂ ਬਿਲਕੁਲ ਸਾਫ਼ ਬੰਦਾ ਹੈਗਾ, ਸਟ੍ਰੇਟ ਫਾਰਵਰਡ ਗੱਲ ਕਰਦਾ ਹੈਗਾ।
ਔਰ ਮੇਰੀ ਰਿਕੁਐਸਟ ਹੈਗੀ ਹੈ, ਇੱਕ ਦਿਨ ਐਸਾ ਤੈਅ ਕਰ ਲਓ ਜਿਸ ਦਿਨ ਤੁਸੀਂ ਰਿਵਿਊ ਕਰਨਾ ਚਾਹੋਗੇ ਆਪਣੇ ਸਾਰੇ ਬੰਦਿਆਂ ਨਾਲ। ਮੈਨੂੰ ਥੋੜ੍ਹਾ ਐਡਵਾਂਸ ਵਿੱਚ ਦੱਸ ਦਿਆ ਜੇ, ਅਗਰ ਟਾਈਮ ਸੂਟ ਕਰੇਗਾ, ਐਟਮੋਸਫੀਅਰ ਸੂਟ ਕਰੇਗਾ, ਹਾਲਾਤ ਸੂਟ ਕਰਨਗੇ, ਆਈ ਵਿਲ ਡੈਫੀਨੇਟਲੀ ਜੁਆਇਨ ਯੂ, ਆਈ ਵੁੱਡ ਲਵ ਟੂ ਜੁਆਇਨ ਯੂ। ਔਰ ਹੁਣ ਟਾਈਗਰ ਵੀ ਤੁਹਾਡੇ ਕੋਲ ਟੈਸਟ ਡਰਾਈਵ ਵਾਲੀ ਬਿੱਲ ਹੋ ਗਈ ਹੋਏਗੀ, ਆ ਰਹੀ ਹੋਏਗੀ। ਔਰ ਮੇਰਾ ਖਿਆਲ ਪਹਿਲੇ ਦਰਸ਼ਨ ਅਸੀਂ ਦਰਬਾਰ ਸਾਹਿਬ ਦੇ ਹੀ ਕਰਾਣੇ ਹੈਗੇ। ਕੱਲ੍ਹ ਮੇਰੀ ਦੀਪਕ ਰੈਨਾ ਸਰ ਔਰ ਅੰਕੁਰ ਜੀ ਨਾਲ ਵੀ ਗੱਲ ਹੋ ਰਹੀ ਸੀ। ਦਰਬਾਰ ਸਾਹਿਬ ਵਾਸਤੇ ਵੀ ਮੈਂ ਆਉਣ ਨੂੰ ਤਿਆਰ ਹੈਗਾ। ਉੱਥੇ ਇੱਕ ਰੂਰਲ ਲਾਂਚ ਕਰਾਂਗੇ, ਰੂਰਲ ਲਾਂਚ ਕਰਕੇ ਦਰਬਾਰ ਸਾਹਿਬ ਦੇ ਉੱਥੇ ਮੱਥਾ ਟਿਕਾ ਕਰਕੇ ਫਿਰ ਅਸੀਂ ਆਪਣਾ RDSCs ਦਾ ਰਿਵਿਊ ਕਰਾਂਗੇ। ਕੋਈ ਗੱਲ ਨਹੀਂ, 1 ਮਹੀਨਾ ਚਲਾ ਗਿਆ, ਨੋ ਪ੍ਰੋਬਲਮ, ਵੀ ਵਿਲ ਸਟਿਲ ਕੈਚ ਔਨ। ਅਸੀਂ ਸਭ ਕਰ ਸਕਦੇ ਹਾਂ, ਠੀਕ ਹੈ, ਕਰਾਂਗੇ। ਓਕੇ, ਵੈਰੀ ਗੁੱਡ। ਸਤਿ ਸ਼੍ਰੀ ਅਕਾਲ ਜੀ ਐਂਡ ਥੈਂਕ ਯੂ ਵੈਰੀ ਮਚ। ਐਂਡ ਆਈ ਵੁੱਡ ਰਿਕੁਐਸਟ ਦ benchmark ਮੈਨੇਜਮੈਂਟ, ਪਲੀਜ਼ be bold, be strong, have patience, and build up passion, trust, faith in all your employees, and make them happy by giving them the best for their rewards and recognitions that they deserve. Thank you very much.